दुल्लो साहब कांग्रेस दे विच की चल रहा अजकल? कांग्रेस दे विच सवाल ये है कि हालात बड़े गंभीर ने, गमगीन ने, और जो कुछ हो रहा है मैं समझदा है मन भागी गल है। और ਜਿਹੜੇ ਅੱਜ ਰੌਲਾ ਪਾ ਰਹੇ ਨੇ ਸਾਰਾ ਆਪਣਾ, ਇਹਨਾਂ ਨੂੰ ਚਾਹੀਦਾ ਸੀ ਕਿ ਹੁਣ ਤਾਂ ਇਲੈਕਸ਼ਨ ਮੂਹਰੇ ਆ ਗਏ ਹੈ, ਜ਼ਮੀਨੀ ਹਕੀਕਤ ਪਤਾ ਲੱਗ ਗਿਆ, ਪਾਰਟੀਆਂ ਦੇ ਹਾਲਾਤ ਕੀ ਹੈ ਉਹ ਸਾਹਮਣੇ ਹੈ। ਮਸਲੇ ਤਾਂ ਬਹੁਤ ਨੇ ਪੰਜਾਬ 'ਚ, ਸਾਰਿਆਂ ਨੂੰ ਸੀਰੀਅਸ ਮਸਲਾ ਬੇਅਦਬੀ ਦਾ ਜਿਹੜਾ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਹੋਈ ਹੈ, ਕੋਟਕਪੂਰੇ 'ਚ ਗੋਲੀ ਨਾਲ ਬੰਦੇ ਮਰੇ ਨੇ। ਇਹ ਤੋਂ ਇਲਾਵਾ ਪੰਜਾਬ ਦੇ ਵਿੱਚ 134 ਬੰਦੇ ਮਰੇ ਨੇ ਜ਼ਹਿਰੀਲੀ ਸ਼ਰਾਬ ਨਾਲ, ਇਹ ਵੀ ਇੱਕ ਇਸ਼ੂ ਹੈ। आखिर दे ये 6 महीनों ਦੇ ਵਿੱਚ बैठक करना और SCBC ਦੇ ਮੁੱਦੇ ਨੂੰ ਉਭਾਰਨਾ ਕਿਵੇਂ ਵੇਖਦੇ ਹੋ? ਇਹ ਸਮਾਜ ਦੇ ਨਾਲ ਧੋਖਾ ਕਰ ਰਹੇ ਨੇ, ਔਰ ਸਮਾਜ ਦੇ ਲੋਕ ਆਉਣ ਵਾਲੇ ਸਮੇਂ 'ਚ, ਔਰ ਤੁਸੀਂ ਦੇਖੋਗੇ ਕਿ ਸਮਾਜ ਦੇ ਲੋਕਾਂ 'ਚ ਇਹਨਾਂ ਨੂੰ ਜਾਣਾ ਔਖਾ ਹੋ ਜਾਊਗਾ। ਵਾਕਈ ਇਹ ਆਪਣੇ ਆਪ ਨੂੰ ਦਲਿਤ ਮੰਨਦੇ ਹੈਗੇ ਨੇ ਜਾਂ ਫਿਰ ਇਹ ਉਸ ਤੋਂ ਉੱਪਰ ਹੁਣ ਉੱਡ ਚੁੱਕੇ ਨੇ, ਇੱਕ ਸਿਆਸਤਦਾਨ ਬਣ ਚੁੱਕੇ ਨੇ ਜਿਨ੍ਹਾਂ ਦਾ ਕੋਈ ਰਾਹ ਵਾਸਤਾ ਜਿਹੜਾ ਹੈਗਾ ਉਹ ਦਲਿਤਾਂ ਦੇ ਨਾਲ, SCBC ਦੇ ਨਾਲ ਨਹੀਂ ਹੈਗਾ, ਸਿਰਫ ਇਹਨਾਂ ਨੂੰ ਉਸ ਦੇ ਵਿੱਚੋਂ ਆਪਣੀ ਸਿਆਸਤ ਨਜ਼ਰ ਆਉਂਦੀ? ਦੇਖੋ, ਇਹ ਤਾਂ ਦਲਿਤ ਇੱਕ ਜੰਮ ਪਏ ਸ਼ਡਿਊਲ ਕਾਸਟਾਂ ਦੇ ਘਰ, ਔਰ ਉਹ ਵੀ ਚੰਗੇ ਅਮੀਰਾਂ ਦੇ, ਕਰੋੜਾਪਤੀ ਨੇ, ਇਹ ਵੀ ਕਹਿ ਸਕਦੇ ਹਾਂ। ਸਧਾਰਨ ਤਾਂ ਹੈ ਨਹੀਂ, ਕਈਆਂ ਨੇ ਕਾਂਗਰਸ 'ਚ ਕੰਮ ਹੀ ਨਹੀਂ ਕੀਤਾ, ਮਲਟੀ ਮਿਲੀਅਨਰ ਨੇ, ਆਪਣਾ ਕੋਈ ਟਿਕਟਾਂ ਲੈ ਲਈਆਂ। ਕਈ ਪੋਲੀਟੀਕਲ ਲੀਡਰਾਂ ਦੇ ਮੁੰਡੇ ਨੇ, ਇਹਨਾਂ ਨੇ ਮਿਹਨਤ ਨਹੀਂ ਕੀਤੀ। ਕਈ ਸ਼ਡਿਊਲ ਕਾਸਟ ਇਹੋ ਜਿਹੇ ਨੇ ਜਿਹੜੇ ਚੰਗੇ ਸਰਦਾਰਾਂ ਦੇ ਘਰ ਚਾਹ ਪਲੇਟਾਂ ਕੰਮ, ਚਾਹ ਪਾਣੀ ਪਿਲਾਉਂਦੇ ਨੇ, ਉਹ ਇਹੋ ਜਿਹਾ ਆਪਣਾ MLA ਬਣਾ ਲੈਂਦੇ ਨੇ। ਤਾਂ ਕੀ ਲੱਗਦਾ ਤੁਹਾਨੂੰ, ਜਿਹੜੇ ਹੁਣ ਇਹ ਕਾਂਗਰਸੀ ਹੈਗੇ ਨੇ, ਇਹ ਵਾਕਈ ਹੀ ਕਾਂਗਰਸੀ ਨੇ ਜਾਂ ਫਿਰ ਦਲ ਬਦਲੂ ਕਾਂਗਰਸੀ ਹੈਗੇ ਨੇ? ਔਰ ਟਕਸਾਲੀ ਕਾਂਗਰਸੀਆਂ ਦੀ ਜੇਕਰ ਗੱਲ ਕਰੀਏ ਤਾਂ ਲੱਗਦਾ ਕੋਈ ਟਕਸਾਲੀ ਕਾਂਗਰਸੀ ਬਚਿਆ ਹੈਗਾ ਹੁਣ ਪਾਰਟੀ ਦੇ ਵਿੱਚ? ਇੱਕ ਦੋ ਕਾਕੇ ਰਹਿ ਗਏ ਲੀਡਰਾਂ ਦੇ ਮੁੰਡੇ, ਬਾਕੀ ਤਾਂ ਸਭ ਸਾਈਡ ਲਾਈਨ ਕਰਤੇ। ਬਾਕੀ ਤਾਂ ਆਇਆ ਰਾਮ ਗਿਆ ਰਾਮ ਹੀ ਹੈ, ਉਹਨਾਂ ਦੀ ਬੈਕਗਰਾਊਂਡ ਤੁਸੀਂ ਜਾਣਦੇ ਹੀ ਹੋ। ਉਹੀ ਲੜ ਰਹੇ ਨੇ ਵੀ ਹੋਰ ਕੁਛ ਮਿਲ ਲਵੇ। ਤਾਂ ਜਿਨ੍ਹਾਂ ਦੇ ਤੁਸੀਂ ਗੱਲ ਕਰ ਰਹੇ ਹੋ ਕਾਕਿਆਂ ਦੀ, ਉਹ ਵੀ ਆਪਣਾ ਹੀ ਧੜਾ ਇੱਕ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਰਵਨੀਤ ਬਿੱਟੂ ਉਹਨਾਂ ਨੇ ਤਾਂ ਇਹ ਵੀ ਜ਼ਿਕਰ ਕਰ ਦਿੱਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤੋਂ ਹੋਮ ਡਿਪਾਰਟਮੈਂਟ ਨਹੀਂ ਸੰਭਿਆ ਜਾਂਦਾ ਤਾਂ ਕਿਸੇ ਹੋਰ ਨੂੰ ਦੇ ਦੇਣ। ਹੁਣ ਜਿਹੜੇ ਬੋਲਦੇ ਨੇ, ਕਦੇ ਗੁਣ ਗਾਉਂਦੇ ਨੇ ਮੁੱਖ ਮੰਤਰੀ ਦੇ, ਕਦੇ ਵਿਰੋਧ ਕਰਨ ਲੱਗ ਜਾਂਦੇ ਨੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਆ ਇਹਨਾਂ ਦੀ ਰਾਜਨੀਤੀ ਹੈ। ਹਰ ਕੋਈ ਤੁਹਾਨੂੰ ਲੱਗਦਾ ਕਿ ਆਪਣਾ ਆਪਣਾ ਭਵਿੱਖ ਸਿਰਜਣਾ ਚਾਹੁੰਦਾ, ਜਾਂ ਕਿਸੇ ਨੂੰ ਪਾਰਟੀ ਦੀ ਵੀ ਫਿਕਰ ਹੈਗੀ ਹੈ, ਕਿਸੇ ਨੂੰ ਕਾਂਗਰਸ ਦੀ ਹੋਂਦ ਬਚਾਉਣ ਦੀ ਵੀ ਫਿਕਰ ਹੈਗੀ? ਸਾਰਿਆਂ ਨੂੰ ਮੈਂ ਸਮਝਦਾ ਨਾ ਕਾਂਗਰਸ ਬਚਾਉਣ ਦਾ, ਪਰ ਆਪਣੇ ਆਪਣਾ ਇੰਟਰਸਟ ਹੈ। ਜੇ ਕਾਂਗਰਸ ਨੂੰ ਬਚਾਉਣਾ ਹੁੰਦਾ, ਜੋ 4 ਸਾਲ 'ਚ ਹੁੰਦਾ ਆ, ਇਹ ਉਦੋਂ ਤੇ ਆਵਾਜ਼ ਉਠਾਉਂਦੇ, ਆਹ ਦਿਨ ਨਾ ਦੇਖਣੇ ਪੈਂਦੇ, ਮੁੱਖ ਮੰਤਰੀ ਸਾਹਿਬ ਚਕੰਨਾ ਹੋ ਜਾਂਦੇ। ਚਾਪਲੂਸੀ ਆਪਣੇ ਸੈਲਫ ਇੰਟਰਸਟ ਲਈ, ਆਪਣੇ ਕੰਮ ਲੈਣ ਲਈ ਉਦੋਂ ਤਾਂ ਗੁਣ ਗਾਉਂਦੇ ਨੇ। ਹੁਣ ਦੇਖਿਆ ਵੀ ਕੋਈ ਖੀਰ ਵੰਡੀ ਜਾਣੀ ਹੈ, ਹੁਣ ਰੌਲਾ ਪਾਉਂਦੇ ਨੇ। ਕਿਉਂਕਿ ਇਹ ਜਿਹੜੇ ਲੀਡਰਾਂ ਦੇ ਮੁੰਡੇ ਬਣੇ ਨੇ ਨਾ, ਇਹਨਾਂ ਨੂੰ ਤਾਂ ਬਣੀ ਬਣਾਈ ਖੀਰ ਮਿਲ ਗਈ। ਇਹਨਾਂ ਨੇ ਕੀ ਮਿਹਨਤ ਕੀਤੀ ਆ ਬਈ, ਥੱਲੇ ਗਿਆ ਪਤਾ ਇਹਨਾਂ ਨੂੰ। ਇਹਨਾਂ ਨੂੰ ਚਾਹੀਦਾ ਸੀ ਜਦੋਂ ਕਾਂਗਰਸ ਦੇ ਵਿੱਚ ਦਲ ਬਦਲੂਆਂ ਨੂੰ ਟਿਕਟਾਂ ਦੇਣੀਆਂ, ਮਿਲੀਟੈਂਟਾਂ ਨੂੰ ਟਿਕਟਾਂ ਦੇਣੀਆਂ, ਉਦੋਂ ਤਾਂ ਆਪਣੀ ਟਿਕਟ ਲੈ ਕੇ ਚੁੱਪ ਕਰਕੇ ਕਿਉਂ ਨਹੀਂ ਬੋਲੇ? ਮੈਂ ਲੜਿਆ, ਮੈਂ ਕਹਿੰਦਾ ਰਿਹਾ, ਬੋਲਦਾ ਵੀ ਰਿਹਾ, ਕਿਉਂਕਿ ਮੈਨੂੰ ਗਰਜ ਨਹੀਂ ਹੈ ਕੋਈ। ਮੈਂ ਤਾਂ ਆਪਣੇ ਟਾਈਪ ਦਾ ਬੰਦਾ, ਮੈਂ ਮਿਸ਼ਨਰੀ ਬੰਦਾ, ਮੈਂ ਬੁਰਾਈ ਦੇ ਖਿਲਾਫ ਬੋਲਦਾ ਰਹੂੰਗਾ। ਫਾਲਟ ਕਿਹਦਾ ਹੈਗਾ ਦੁੱਲੋ ਸਾਹਿਬ ਇਸ ਦੇ ਵਿੱਚ? ਫਾਲਟ ਕਿਹਦਾ ਮੰਨਦੇ ਹੋ? ਹਾਈ ਕਮਾਂਡ ਦਾ ਮੰਨਦੇ ਹੋ, ਕੈਪਟਨ ਅਮਰਿੰਦਰ ਸਿੰਘ ਦਾ ਮੰਨਦੇ ਹੈਗੇ ਹੋ? ਦੇਖੋ, ਜਿੰਨਾ ਤੋਂ ਕੋਈ ਉਹਦੇ 'ਚ ਵੀ ਚਾਪਲੂਸੀ, ਜਿਹੜਾ ਚਾਪਲੂਸੀ ਵੱਧ ਕਰਦਾ ਉਹਨੂੰ ਉਹ ਠੀਕ ਰਹਿ ਜਾਂਦਾ, ਪਰ ਕਾਂਗਰਸ ਦੇ ਹਾਲਾਤ ਬੜੇ ਕਰੂਸ਼ਲ ਨੇ। ਤੁਹਾਡੀ ਰਾਏ ਉਹ ਲੈਣ, ਹਾਈ ਕਮਾਂਡ ਤੁਹਾਨੂੰ ਪੁੱਛੇ, ਤੁਹਾਡੀ ਕੀ ਰਾਏ ਹੋਊਗੀ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ? ਮੈਂ ਤਾਂ ਰਿਪੀਟਡਲੀ ਹਾਈ ਕਮਾਂਡ ਨੂੰ ਕਹਿੰਦਾ ਰਹਿਣਾ ਹੈ। ਮੈਂ ਸੋਨੀਆ ਗਾਂਧੀ ਨੂੰ ਮੀਟਿੰਗ 'ਚ ਵੀ ਕਿਹਾ ਇਹ ਗੱਲਾਂ ਜਿਹੜੀਆਂ ਅੱਜ ਕਹਿ ਰਹੇ ਹੈ ਵੀ ਕਾਂਗਰਸ ਨੂੰ ਬਚਾ ਲਓ, ਸਰਵਾਈਵਲ ਹੈ। ਮਾਫੀਆ ਰਾਜ ਚੱਲ ਰਿਹਾ ਪੰਜਾਬ 'ਚ, ਵਰਕਰ ਦੀ ਕੋਈ ਬਲ ਨਹੀਂ, ਵਰਕਰ ਸਾਈਡ ਲਾਈਨ 'ਤੇ, ਜਿਹੜੇ ਮਿਲੀਟੈਂਸੀ 'ਚ ਸੀਗੇ ਉਹ ਅੱਜ ਰਾਜ ਕਰ ਰਹੇ ਨੇ।
ਕਾਂਗਰਸ ਦੇ ਵਿੱਚ ਅੱਜ ਕੱਲ੍ਹ ਸਭ ਕੁਝ ਠੀਕ ਨਹੀਂ ਚੱਲ ਰਿਹਾ। ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਤੋਂ ਬਾਅਦ ਹੁਣ ਬਹੁਤ ਸਾਰੇ ਕਾਂਗਰਸੀ ਵਿਧਾਇਕ ਤੇ ਮੰਤਰੀ ਵੀ ਬਗਾਵਤੀ ਸੁਰ ਚੱਕਣ ਲੱਗੇ ਨੇ। ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਪ੍ਰਤਾਪ ਬਾਜਵਾ, ਰਵਨੀਤ ਬਿੱਟੂ, ਹਰ ਕੋਈ ਆਪਣਾ ਵੱਖੋ ਵੱਖ ਧੜਾ ਬਣਾਉਣ ਦੇ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਔਰ ਕਈ ਵਿਧਾਇਕਾਂ ਤੇ ਕਈ ਸੰਸਦਾਂ ਨੂੰ ਵੀ ਆਪਣੇ ਧੜੇ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹਿ ਰਹੇ ਨੇ। ਇਸ ਬਾਰੇ ਗੱਲਬਾਤ ਕਰਦੇ ਹਾਂ ਸੀਨੀਅਰ ਕਾਂਗਰਸ ਲੀਡਰ ਸ਼ਮਸ਼ੇਰ ਦੁੱਲੋ ਉਹਨਾਂ ਦੇ ਨਾਲ। ਦੁੱਲੋ ਸਾਹਿਬ, ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਅੱਜ ਕੱਲ੍ਹ? ਕਾਂਗਰਸ ਦੇ ਵਿੱਚ ਸਵਾਲ ਇਹ ਹੈ ਕਿ ਹਾਲਾਤ ਬੜੇ ਗੰਭੀਰ ਨੇ, ਗਮਗੀਨ ਨੇ, ਔਰ ਜੋ ਕੁਛ ਹੋ ਰਿਹਾ ਹੈ ਮੈਂ ਸਮਝਦਾ ਮਨ ਭਾਗੀ ਗੱਲ ਹੈ। ਔਰ ਜਿਹੜੇ ਅੱਜ ਰੌਲਾ ਪਾ ਰਹੇ ਨੇ ਸਾਰਾ ਆਪਣਾ, ਇਹਨਾਂ ਨੂੰ ਚਾਹੀਦਾ ਸੀ ਕਿ ਹੁਣ ਤਾਂ ਇਲੈਕਸ਼ਨ ਮੂਹਰੇ ਆ ਗਏ ਹੈ, ਜ਼ਮੀਨੀ ਹਕੀਕਤ ਪਤਾ ਲੱਗ ਗਿਆ, ਪਾਰਟੀਆਂ ਦੇ ਹਾਲਾਤ ਕੀ ਹੈ ਉਹ ਸਾਹਮਣੇ ਹੈ। ਇਸ ਕਰੀ ਇਹ ਜਿਹੜੇ MLA ਸਾਹਿਬਾਨ ਵੀ ਹੈ ਜਾਂ ਮੰਤਰੀ ਸਾਹਿਬਾਨ ਹੈ, ਇਹ ਇੰਨਾ ਲੰਬਾ ਸਮਾਂ, ਮੇਰਾ ਕੁਐਸਚਨ ਵੀ ਆ ਉਹਨਾਂ ਨੂੰ, ਠੀਕ ਹੈ ਉਹਨਾਂ ਨੇ ਆਵਾਜ਼ ਉਠਾਈ ਹੈ, ਚੰਗੀ ਗੱਲ ਹੈ, ਉਹ ਮਿਨਿਸਟਰੀ 'ਚ ਵੀ ਰਹੇ ਹੈ, ਸਭ ਕੁਝ ਕਰਦੇ ਰਹੇ, ਉਹਨਾਂ ਨੂੰ ਉਦੋਂ ਹੀ ਰੌਲਾ ਪਾਉਣਾ ਚਾਹੀਦਾ। ਹੁਣ ਤਾਂ ਬਹੁਤ ਨੇੜੇ ਆ ਗਈ ਗੱਲ, ਔਰ ਹਾਈ ਕੋਰਟ ਦੀ ਡਿਸੀਜਨ ਤੋਂ ਬਾਅਦ ਇਹ ਜੇ ਬੇਅਦਬੀ ਦਾ ਮਸਲਾ ਭੜਕਿਆ। ਮਸਲੇ ਤਾਂ ਬਹੁਤ ਨੇ ਪੰਜਾਬ 'ਚ, ਸਾਰਿਆਂ ਨਾਲੋਂ ਸੀਰੀਅਸ ਮਸਲਾ ਬੇਅਦਬੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਕੋਟਕਪੂਰੇ 'ਚ ਗੋਲੀ ਨਾਲ ਬੰਦੇ ਮਰੇ ਨੇ। ਇਹ ਤੋਂ ਇਲਾਵਾ ਪੰਜਾਬ ਦੇ ਵਿੱਚ 134 ਬੰਦੇ ਮਰੇ ਨੇ ਜ਼ਹਿਰੀਲੀ ਸ਼ਰਾਬ ਨਾਲ, ਇਹ ਵੀ ਇੱਕ ਇਸ਼ੂ ਹੈ। ਔਰ ਇਸ਼ੂ ਤਾਂ ਬਹੁਤ ਸਾਰੇ ਹੈਗੇ ਨੇ, ਤੁਸੀਂ ਵੀ ਸਮੇਂ-ਸਮੇਂ ਤੇ ਚੱਕਦੇ ਵੀ ਆਏ ਹੈਗੇ ਹੋ। ਜਿਸ ਇਸ਼ੂ ਹੈ, ਮੈਂ ਜਿਹੜੇ ਲੀਡਰ ਹੁੰਦੇ ਨੇ ਉਹ ਸਾਰੇ ਇਸ਼ੂ ਲੈਂਦੇ ਹੁੰਦੇ ਨੇ, ਉਹਨਾਂ ਦੇ ਏਜੰਡੇ 'ਤੇ ਮੈਨੂੰ ਚਾਹੀਦਾ, ਉਹਨਾਂ ਨੂੰ ਚਾਹੀਦਾ ਕਿ ਜਿਹੜੇ SC BC ਦੇ ਪ੍ਰੋਬਲਮਾਂ ਨੇ, ਉਹਨਾਂ ਨਾਲ ਜੋ ਇੱਥੇ ਹੋਇਆ ਹੈ, ਉਹਨਾਂ ਦੀ ਜੋ ਕਤਲੋਗਾਰਤ ਹੋਈ ਹੈ, ਉਹਨਾਂ ਨੂੰ ਵੀ ਗੱਲ ਕਰਨੀ ਚਾਹੀਦੀ ਹੈ। ਸਹੀ ਮਾਇਨੇ 'ਚ ਜੇ ਪੰਜਾਬ ਦੀ ਲੀਡਰੀ ਦੀ ਗੱਲ ਕਰਦੇ ਨੇ, ਲੀਡਰ ਤਾਂ ਉਹ ਬਣਨਾ ਚਾਹੁੰਦੇ ਨੇ, ਪਰ ਉਹਨਾਂ ਦੇ ਏਜੰਡੇ 'ਤੇ SC BC ਦੇ ਪ੍ਰੋਬਲਮਾਂ ਕਿਉਂ ਨਹੀਂ ਆਉਂਦੀਆਂ? ਕਿਉਂ ਨਹੀਂ ਉਹ ਬੋਲਦੇ ਮੀਡੀਆ 'ਚ? 5-4 ਸਾਲ ਨਾ ਦਲਿਤ ਬੋਲਦੇ ਨੇ ਕਾਂਗਰਸ 'ਚ, ਨਾ ਜਾਂ ਦੂਸਰੀ। ਇਹ ਕਿਆ ਇਹ ਪੰਜਾਬ ਦੇ ਰਹਿਣ ਵਾਲੇ ਨਹੀਂ? ਦੇਖੋ, ਮੈਂ ਜਿਹੜੀ ਬੇਅਦਬੀ, ਠੀਕ ਹੈ, ਮੈਂ ਵੀ ਉਠਾਇਆ, ਮੈਂ ਵੀ ਬੇਅਦਬੀ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਵੀ ਮੰਨਦੇ ਹੈ, ਉਹ 'ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਗੁਰੂਆਂ ਦੀ ਵੀ ਹੈ, ਭਗਤਾਂ ਦੀ ਵੀ ਹੈ। ਰਵਿਦਾਸ ਵੀ ਬੈਠਾ, ਮੁਸਲਮਾਨ ਫਕੀਰ ਵੀ ਬੈਠਾ ਹੈ, ਧੰਨਾ ਜੱਟ ਵੀ ਬੈਠਾ ਹੈ ਜੀ, ਨਾਮਦੇਵ ਵੀ ਬੈਠਾ, ਸਾਧਨਾ ਕਸਾਈ ਵੀ ਹੈ, ਸਾਰੇ ਨੇ, ਉਹ ਤਾਂ ਸਾਰਿਆਂ ਦਾ ਗੁਰੂ ਹੈ। ਪਰ ਸਵਾਲ ਇਹ ਹੈ, ਡੈਮੋਕ੍ਰੇਸੀ ਦੇ ਵਿੱਚ ਇੱਕ ਧਾਰਮਿਕ ਇਸ਼ੂ ਨਾਲ ਦੂਏ ਇਸ਼ੂ ਵੀ ਨੇ, ਉਹ ਜਿਹੜੇ ਇਹਨਾਂ ਦੇ ਏਜੰਡੇ 'ਤੇ ਹੈ ਨਹੀਂ। ਮੈਨੂੰ ਅਫਸੋਸ ਹੈ, ਇਹਨਾਂ ਨੂੰ ਲੈਣਾ ਚਾਹੀਦਾ ਸੀ। ਹਾਲਾਂਕਿ ਏਜੰਡੇ ਦੇ ਉੱਤੇ ਆਖਿਰ ਦੇ 6 ਮਹੀਨੇ ਦੇ ਵਿੱਚ ਆ ਕੇ ਹੁਣ ਲੈ ਕੇ ਆਉਣਾ ਸ਼ੁਰੂ ਕਰ ਚੁੱਕੇ ਨੇ। ਚਰਨਜੀਤ ਚੰਨੀ ਜਿਹੜੇ ਨੇ ਕੱਲ੍ਹ ਆਪਣੇ ਘਰ ਦੇ ਵਿੱਚ ਬੈਠਕ ਕਰਦੇ ਹੈਗੇ ਨੇ। ਦੱਸਿਆ ਤਾਂ ਇਹ ਜਾ ਰਿਹਾ ਕਿ 10-12 ਤਾਂ ਉੱਥੇ ਵਿਧਾਇਕ ਆ ਕੇ ਸ਼ਾਮਲ ਹੋਏ ਸੀ, ਪਰ 30 ਵਿਧਾਇਕਾਂ ਦੀ ਕਹਿੰਦੇ ਸਹਿਮਤੀ ਬਣੀ ਹੈਗੀ ਹੈ। ਜਿਸ ਤਰੀਕੇ ਦੇ ਨਾਲ ਦਲਿਤਾਂ ਦੀ ਜੋ ਸਥਿਤੀ ਹੈਗੀ ਹੈ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਸਮਾਂ ਮੰਗਿਆ ਅਤੇ ਨਾਲ ਹੀ ਹਾਈ ਕਮਾਂਡ ਸੋਨੀਆ ਗਾਂਧੀ ਤੋਂ ਵੀ ਸਮਾਂ ਮੰਗਿਆ। ਚਰਨਜੀਤ ਸਿੰਘ ਚੰਨੀ ਦਾ ਆਖਿਰ ਦੇ ਇਹ 6 ਮਹੀਨਿਆਂ ਦੇ ਵਿੱਚ ਬੈਠਕ ਕਰਨਾ ਔਰ SC BC ਦੇ ਮੁੱਦੇ ਨੂੰ ਉਭਾਰਨਾ ਕਿਵੇਂ ਵੇਖਦੇ ਹੋ? ਚਾਹੀਦਾ ਤਾਂ ਇਹ ਸੀ ਕਿ ਜਿਹੜਾ SC ਦੇ ਇਸ਼ੂ ਨੇ ਪਿਛਲੀ ਸਰਕਾਰ 'ਚ ਬੀਤੇ, ਸਕਾਲਰਸ਼ਿਪ ਦਾ ਇਸ਼ੂ, ਉਹਨਾਂ ਦੀ ਸਰਕਾਰ 'ਚ ਵੀ ਲੱਖਾਂ ਬੱਚਿਆਂ ਦੀ ਕੈਰੀਅਰ ਤਬਾਹ ਹੋਇਆ। ਉਹਦੇ ਬਾਅਦ ਜਿਹੜੇ ਮੈਨੀਫੈਸਟੋ 'ਚ SCਆਂ ਦੇ ਮੁੱਦੇ 'ਤੇ, ਚਾਹੇ ਉਹ ਸ਼ਗਨ ਸਕੀਮ ਸੀ, ਚਾਹੇ ਉਹ ਰਿਜ਼ਰਵੇਸ਼ਨ ਦਾ ਹਿੱਸਾ ਸੀ, ਚਾਹੇ ਉਹ 85ਵੀਂ ਸੋਧ ਸੀ, ਬੇਘਰਿਆਂ ਦੇ ਘਰ ਸੀ, ਪਰ ਮੈਂ ਜੋ ਅਖਬਾਰ ਪੜ੍ਹੇ ਨੇ, ਜਿਹੜੇ ਇਹ ਚੰਗਾ ਹੁੰਦਾ ਜੇ ਇਹੀ ਮੰਤਰੀ MLA 4.25 ਸਾਲ ਉਹ ਵੀ ਮੀਟਿੰਗ ਹੋਣ ਕਰਨ ਲੱਗੇ ਨੇ, ਜਦ ਸਾਹਮਣੇ ਦਿਖ ਰਿਹਾ ਹੈ ਕਿ ਅਸੀਂ ਰਿਜ਼ਰਵ ਸੀਟ 'ਤੇ ਆ ਗਏ, ਇਹ MLA ਬਣ ਗਏ। ਹੁਣ ਇਹਨਾਂ ਨੂੰ ਪਤਾ, ਇਹਨਾਂ ਨੂੰ ਹਲਕਿਆਂ 'ਚ ਜਾਣਾ ਔਖਾ ਹੋ ਜਾਣਾ। ਕਿਆ ਮੈਂ ਇਹਨਾਂ ਨੂੰ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਹੈ, ਜਿਹੜਾ ਸਕਾਲਰਸ਼ਿਪ ਦਾ ਇਸ਼ੂ ਹੈ, ਉਹਦੇ 'ਚ 15 ਲੱਖ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਈ ਹੈ, ਜਿਹੜੇ ਡਰੋਪ ਆਊਟ ਹੋਏ, ਜਿਨ੍ਹਾਂ ਨੂੰ ਐਡਮਿਸ਼ਨ ਨਹੀਂ ਮਿਲਿਆ, ਕੋਈ
ਖੁਦਕਸ਼ੀਆਂ ਕਰ ਗਏ ਹੋਣਗੇ, ਕੋਈ ਬੰਦੇ ਡਰੱਗ ਲੈਣ ਲੱਗ ਗਏ ਹੋਣਗੇ, ਕੋਈ ਲੁੱਟਾ ਖੋਹ, ਬੇਰੁਜ਼ਗਾਰੀ, ਕਈਆਂ ਨੂੰ ਡਿਗਰੀਆਂ ਪਾਸ ਕਰ ਲਈਆਂ, ਡਿਗਰੀਆਂ ਨਹੀਂ ਦਿੱਤੀਆਂ, ਅਖਬਾਰਾਂ 'ਚ ਆਇਆ। ਇਹ ਉਦੋਂ ਕੀ ਨਹੀਂ ਮੰਤਰੀ ਬੋਲੇ ਬਈ? ਉਦੋਂ ਮੀਟਿੰਗ ਕਿਉਂ ਨਹੀਂ ਹੋਈ? ਇਹ ਜਿਹੜੇ ਮੁੱਦੇ ਨੇ, ਕਿਆ ਉਹ ਜਿਹੜੇ ਦਲਿਤ ਮਰੇ ਨੇ 116 ਅੰਮ੍ਰਿਤਸਰ ਦੇ ਵਿੱਚ, ਬਾਕੀ ਜਿਹੜੇ ਪੰਜਾਬ 'ਚ ਇੱਕਾ ਦੁੱਕਾ ਮਰੇ ਹੋਣੇ ਜ਼ਹਿਰੀਲੀ ਸ਼ਰਾਬ, ਉਹ ਨੋਟਿਸ ਨਹੀਂ ਆਏ। ਮਰੇ ਤਾਂ ਕਿਉਂਕਿ ਸਾਰੇ ਪੰਜਾਬ 'ਚ ਸਪਲਾਈ ਹੋਈ ਹੈ ਸ਼ਰਾਬ, 9 ਡਿਸਟ੍ਰਿਕਟ ਦੀਆਂ ਡਰਾਇਰ ਕਾਨੂੰਨੀ ਫੜੀਆਂ, ਔਰ ਉਹਦੇ 'ਚ ਉਹਨਾਂ ਦਾ ਮਰਡਰ ਹੋਇਆ ਹੈ। ਉਹਨਾਂ ਦਾ ਕਿਉਂ ਨਹੀਂ ਜ਼ਿਕਰ ਕਰਦੇ? ਉਹ ਕੁੱਤੇ ਬਿੱਲੇ ਬਣੇ ਤੇ, ਉਹ ਦਲਿਤ ਨਹੀਂ ਤੇ, ਔਰ 80% ਵਾਲਮੀਕੀ ਤੇ, ਉਹ ਮਜ਼੍ਹਬੀ ਤੇ। ਔਰ ਅਫਸੋਸ ਦੀ ਗੱਲ ਹੈ, ਅੰਮ੍ਰਿਤਸਰ, ਤਰਨਤਾਰਨ, ਬਿਆਸ ਦੇ ਜਿਹੜੇ MLA ਨੇ ਇਹ ਉਸ ਏਰੀਏ ਦੇ, ਉਹ ਵਾਲਮੀਕੀ ਭਰਾ ਨੇ। ਇਹ ਕਿਉਂ ਨਹੀਂ ਬੋਲੇ ਬਈ? ਉਦੋਂ ਤਾਂ ਗੁਣ ਗਾਉਂਦੇ ਤੇ ਮੁੱਖ ਮੰਤਰੀ ਦੇ। ਅੱਜ ਕੀ ਹੋ ਗਿਆ? ਮੈਂ ਇਹ ਤੁਹਾਡੇ ਨਹੀਂ ਚੰਗਾ ਹੁੰਦਾ ਜੇ ਜਦੋਂ ਮੈਂ 17 'ਚ ਵੀ ਆਵਾਜ਼ ਉਠਾਈ, ਪਿਛਲੇ ਸਾਲ MP TM ਦੀ ਮੀਟਿੰਗ ਹੋਈ, ਤੁਹਾਡੇ ਜਿਹੜੀ ਅਖਬਾਰਾਂ 'ਚ ਮੇਰੇ ਬਿਆਨ ਆਉਂਦੇ ਨੇ, ਕਿਸੇ ਇੱਕ MLA ਨੇ ਉਹਦੀ ਸਪੋਰਟ ਕੀਤੀ? ਕਿਸੇ ਨੇ CBI ਦੀ ਇਨਕੁਆਇਰੀ ਮੰਗੀ ਸਕਾਲਰਸ਼ਿਪ ਸਕੈਮ ਦੀ? ਕਿਸੇ ਨੇ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਨੇ, ਕਿਸੇ ਦਲਿਤ MLA ਨੇ ਜਾਂ ਮਿਨਿਸਟਰ ਨੇ ਇਹ CM ਨੂੰ ਕਿਹਾ ਵੀ ਪਰਚੇ ਕਰੋ, ਡਿਸਟਰੀਆਂ ਦੇ ਮਾਲਕਾਂ ਨੂੰ ਫੜੋ? ਕਿਉਂ ਨਹੀਂ ਕਿਹਾ? ਇਹ ਇਹਨਾਂ ਦਾ ਸੈਲਫ ਇੰਟਰਸਟ ਹੈ। ਅਪੋਰਚੁਨਿਸਟ ਲੋਕ ਨੇ, ਇਹ ਚਾਹੁੰਦੇ ਨੇ, ਇਹਨਾਂ ਨੂੰ ਕੋਈ ਨਹੀਂ, ਇਹ ਪ੍ਰੋਫੈਸ਼ਨ ਬਣ ਚੁੱਕੇ ਨੇ। ਇਹਨਾਂ ਨੂੰ ਚਾਹੀਦਾ ਸੀ, ਇਹ ਅੰਬੇਦਕਰ ਨੂੰ ਵੀ ਭੁੱਲੀ ਬੈਠੇ ਨੇ। ਇਹ ਸਮਾਜ ਦੇ ਨਾਲ ਧੋਖਾ ਕਰ ਰਹੇ ਨੇ, ਔਰ ਸਮਾਜ ਦੇ ਲੋਕ ਆਉਣ ਵਾਲੇ ਸਮੇਂ 'ਚ, ਔਰ ਤੁਸੀਂ ਦੇਖੋਗੇ ਕਿ ਸਮਾਜ ਦੇ ਲੋਕਾਂ 'ਚ ਇਹਨਾਂ ਨੂੰ ਜਾਣਾ ਔਖਾ ਹੋ ਜਾਊਗਾ। ਵਾਕਈ ਇਹ ਆਪਣੇ ਆਪ ਨੂੰ ਦਲਿਤ ਮੰਨਦੇ ਹੈਗੇ ਨੇ, ਜਾਂ ਫਿਰ ਇਹ ਉਸ ਤੋਂ ਉੱਪਰ ਹੁਣ ਉੱਡ ਚੁੱਕੇ ਨੇ, ਇੱਕ ਸਿਆਸਤਦਾਨ ਬਣ ਚੁੱਕੇ ਨੇ ਜਿਨ੍ਹਾਂ ਦਾ ਕੋਈ ਰਾਹ ਵਾਸਤਾ ਜਿਹੜਾ ਹੈਗਾ ਉਹ ਦਲਿਤਾਂ ਦੇ ਨਾਲ, SC BC ਦੇ ਨਾਲ ਨਹੀਂ ਹੈਗਾ, ਸਿਰਫ ਇਹਨਾਂ ਨੂੰ ਉਸ ਦੇ ਵਿੱਚੋਂ ਆਪਣੀ ਸਿਆਸਤ ਨਜ਼ਰ ਆਉਂਦੀ ਹੈ? ਦੇਖੋ, ਇਹ ਤਾਂ ਦਲਿਤ ਇੱਕ ਜੰਮ ਪਏ ਸ਼ਡਿਊਲ ਕਾਸਟਾਂ ਦੇ ਘਰ, ਔਰ ਉਹ ਵੀ ਚੰਗੇ ਅਮੀਰਾਂ ਦੇ, ਕਰੋੜਾਪਤੀ ਨੇ। ਇਹ ਵੀ ਕਹਿ ਸਕਦੇ ਹਾਂ, ਸਧਾਰਨ ਤਾਂ ਹੈ ਨਹੀਂ। ਕਈਆਂ ਨੇ ਕਾਂਗਰਸ 'ਚ ਕੰਮ ਹੀ ਨਹੀਂ ਕੀਤਾ, ਮਲਟੀ ਮਿਲੀਅਨਰ ਨੇ, ਆਪਣਾ ਕੋਈ ਟਿਕਟਾਂ ਲੈ ਲਈਆਂ। ਕਈ ਪੋਲੀਟੀਕਲ ਲੀਡਰਾਂ ਦੇ ਮੁੰਡੇ ਨੇ, ਇਹਨਾਂ ਨੇ ਮਿਹਨਤ ਨਹੀਂ ਕੀਤੀ। ਕਈ ਸ਼ਡਿਊਲ ਕਾਸਟ ਇਹੋ ਜਿਹੇ ਨੇ ਜਿਹੜੇ ਚੰਗੇ ਸਰਦਾਰਾਂ ਦੇ ਘਰ ਚਾਹ ਪਲੇਟਾਂ ਕੰਮ, ਚਾਹ ਪਾਣੀ ਪਿਲਾਉਂਦੇ ਨੇ, ਉਹ ਇਹੋ ਜਿਹਾ ਆਪਣਾ MLA ਬਣਾ ਲੈਂਦੇ ਨੇ। ਉਹਨਾਂ ਦੀ ਰਬੜ ਸਟੈਂਪ, ਜਿਵੇਂ ਸਰਦਾਰ ਜੀ ਕਹਿਣਗੇ ਉਕੜੇ ਕਰਦੇ ਨੇ। ਇਹੋ ਜਿਹੇ MLA ਅੱਜ ਵੀ ਹੈਗੇ ਨੇ ਪੰਜਾਬ 'ਚ, ਜਿਹੜੇ ਸਰਦਾਰਾਂ ਦੇ ਘਰਾਂ 'ਚ ਚਾਹ ਪਾਣੀ ਪਿਲਾਉਂਦੇ ਤੇ ਉਹ MLA ਬਣ ਗਏ। ਉਹ ਕੀ ਆਵਾਜ਼ ਉਠਾਉਣਗੇ? ਔਰ ਮਾਫ਼ ਕਰਨਾ, ਕਈ MLA ਮਿਨਿਸਟਰ ਤਾਂ ਇਹ ਵੀ ਕਹਿੰਦੇ ਰਹੇ ਹੈ ਸਟੇਜਾਂ ਦੇ ਉੱਤੇ, ਅਸੀਂ ਤਾਂ ਮੁੱਖ ਮੰਤਰੀ ਦੇ ਸੀਰ ਹੀ ਹਾਂ। ਉਹਨਾਂ ਤੋਂ ਕੀ ਤਵੱਕੋ ਰੱਖੋਗੇ? ਜਿਹੜੇ ਆਪ ਗੁਲਾਮ ਹੈ, ਉਹ ਅੰਬੇਦਕਰ ਦੇ ਸੁਪਨੇ ਨੂੰ ਕਿਵੇਂ ਸਾਕਾਰ ਕਰਨਗੇ? ਗਲਤੀ ਤਾਂ ਹਾਈ ਕਮਾਂਡ ਦੀ ਵੀ ਹੈਗੀ ਹੈ ਨਾ, ਜਿਨ੍ਹਾਂ ਨੇ ਟਿਕਟਾਂ ਦੀ ਵੰਡ ਕੀਤੀ ਹੈਗੀ ਹੈ, ਜਿਨ੍ਹਾਂ ਨੇ ਟਿਕਟਾਂ ਦਿੱਤੀਆਂ ਹੈਗੀਆਂ ਨੇ। ਹਾਈ ਕਮਾਂਡ ਨੂੰ ਵੀ ਦੇਖਣਾ ਚਾਹੀਦਾ ਸੀ ਕੌਣ ਵਾਕਈ ਹੀ ਲੋਕਾਂ ਦੇ ਨਾਲ ਜੁੜਿਆ ਹੋਇਆ, ਕੌਣ ਵਾਕਈ ਹੀ ਦਲਿਤ ਭਾਈਚਾਰੇ ਦੇ ਨਾਲ ਕੰਮ ਕਰ ਰਿਹਾ ਹੈਗਾ, ਜਾਂ ਕੋਈ ਫਿਰ ਇਹ ਰਬੜ ਸਟੈਂਪ ਜਿਵੇਂ ਤੁਸੀਂ ਕਹਿ ਰਹੇ ਹੋ, ਸੀਰੀ ਜਿਹੜੇ ਮੰਤਰੀਆਂ ਦੀ ਕਹਿ ਰਹੇ ਹੈਗੇ ਉਹ ਬਣ ਕੇ ਅੱਗੇ ਆ। ਤੁਹਾਨੂੰ ਪਤਾ ਹੀ ਹੈ, ਅੱਧੀ ਕੈਬਨਿਟ ਤਾਂ ਦਲ ਬਦਲੂਆਂ ਦੀ ਹੈ। ਅੱਧੀ ਕੈਬਨਿਟ ਜਿਹੜੇ ਕਾਂਗਰਸ ਦੇ ਖਿਲਾਫ ਲੜੇ ਨੇ, ਕਈ ਖਾਲਿਸਤਾਨੀਆਂ ਦੇ ਨਾਲ ਤੇ MLA ਉਹ ਨੇ, ਕਈ ਟੈਰਰਿਸਟ ਤੀ ਪੁਰਾਣੇ ਉਹ MLA ਬਣ ਗਏ। ਜਿਹੜੇ ਅੱਤਵਾਦ ਨਾਲ ਲੜਦੇ ਰਹੇ ਨੇ। ਮੈਂ ਬਿਆਨ ਸਿੰਘ ਨਾਲ ਜਨਰਲ ਸੈਕਟਰੀ ਰਿਹਾ, ਸੰਤੋਖ ਸਿੰਘ ਰੰਧਾਵਾ ਜੀ ਨਾਲ ਮੈਂ ਵਾਈਸ ਪ੍ਰੈਜ਼ੀਡੈਂਟ ਰਿਹਾ, ਵਾਈਸ ਪ੍ਰੈਜ਼ੀਡੈਂਟ ਮੈਂ ਜਨਰਲ ਸਪੈਰੋ ਨਾਲ ਰਿਹਾ, RL ਭਾਟੀਆ ਨਾਲ ਰਿਹਾ ਮਿਲੀਟੈਂਸੀ ਦੇ ਵੇਲੇ ਜਨਰਲ ਸੈਕਟਰੀ। ਉਦੋਂ ਦਾ 5-7 ਹੁੰਦੇ ਤੇ, ਇਹ ਫੌਜ ਨਹੀਂ ਤੀ ਹੁੰਦੀ ਅਹੁਦੇਦਾਰਾਂ ਦੀ। ਅਸੀਂ ਪਤਾ ਨਹੀਂ ਕਿਵੇਂ ਬਚ ਗਏ। ਮੇਰੇ 'ਤੇ ਵੀ ਮਿਲੀਟੈਂਟ ਦਾ ਅਟੈਕ ਹੋਇਆ। ਸਾਨੂੰ ਮਾਰਨ ਵਾਲੇ, ਪੰਜਾਬ 'ਚ ਵਿਦੋਸ਼ੀਆਂ ਦੇ ਕਤਲ ਕਰਨ ਵਾਲੇ, ਅੱਤਵਾਦੀਆਂ ਨੂੰ ਸ਼ਹਿ ਦੇਣ ਵਾਲੇ ਅੱਜ ਕਾਂਗਰਸ ਦੇ ਬੜੇ ਲੀਡਰ ਨੇ, ਮਿਨਿਸਟਰ ਬਣੇ ਹੋਏ ਨੇ, MLA ਬਣੇ ਹੋਏ ਨੇ। ਤਾਂ ਕੀ ਲੱਗਦਾ ਤੁਹਾਨੂੰ, ਜਿਹੜੇ ਹੁਣ ਇਹ ਕਾਂਗਰਸੀ ਹੈਗੇ ਨੇ, ਇਹ ਵਾਕਈ ਹੀ ਕਾਂਗਰਸੀ ਨੇ ਜਾਂ ਫਿਰ ਦਲ ਬਦਲੂ ਕਾਂਗਰਸੀ ਹੈਗੇ ਨੇ? ਔਰ ਟਕਸਾਲੀ ਕਾਂਗਰਸੀਆਂ ਦੀ ਜੇਕਰ ਗੱਲ ਕਰੀਏ ਤਾਂ ਲੱਗਦਾ ਕੋਈ ਟਕਸਾਲੀ ਕਾਂਗਰਸੀ ਬਚਿਆ ਹੈਗਾ ਹੁਣ ਪਾਰਟੀ ਦੇ ਵਿੱਚ? ਇੱਕ ਦੋ ਕਾਕੇ ਰਹਿ ਗਏ ਲੀਡਰਾਂ ਦੇ ਮੁੰਡੇ, ਬਾਕੀ ਤਾਂ ਸਭ ਸਾਈਡ ਲਾਈਨ ਕਰਤੇ। ਬਾਕੀ ਤਾਂ ਆਇਆ ਰਾਮ ਗਿਆ ਰਾਮ ਹੀ ਹੈ। ਉਹਨਾਂ ਦੀ ਬੈਕਗਰਾਊਂਡ ਤੁਸੀਂ ਜਾਣਦੇ ਹੀ ਹੋ। ਉਹੀ ਲੜ ਰਹੇ ਨੇ ਵੀ ਹੋਰ ਕੁਛ ਮਿਲ ਲਵੇ। ਹੁਣ
ਤਾਂ ਜਿਨ੍ਹਾਂ ਦੇ ਤੁਸੀਂ ਗੱਲ ਕਰ ਰਹੇ ਹੋ ਕਾਕਿਆਂ ਦੀ, ਉਹ ਵੀ ਆਪਣਾ ਹੀ ਧੜਾ ਇੱਕ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਰਵਨੀਤ ਬਿੱਟੂ ਉਹਨਾਂ ਨੇ ਤਾਂ ਇਹ ਵੀ ਜ਼ਿਕਰ ਕਰ ਦਿੱਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤੋਂ ਹੋਮ ਡਿਪਾਰਟਮੈਂਟ ਨਹੀਂ ਸੰਭਿਆ ਜਾਂਦਾ ਤਾਂ ਕਿਸੇ ਹੋਰ ਨੂੰ ਦੇ ਦੇਣ। ਉਹ ਗੱਲ ਇਹ ਹੈ ਵੀ ਮੈਂ ਸਮਝਦਾ ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਹੈ, ਉਹਨੂੰ ਕੋਈ ਭੁੱਲ ਨਹੀਂ ਸਕਦਾ। ਮੈਂ ਇਹ ਕਹਿਣਾ ਹੈ ਜਦੋਂ ਪੰਜਾਬ ਹੁਣ ਇਹ ਜਿਹੜੀ ਆਵਾਜ਼ਾਂ ਉੱਠਦੀਆਂ, ਜਦੋਂ ਪੰਜਾਬ ਜਦੋਂ ਟਿਕਟਾਂ ਦਾ ਵੇਲਾ ਹੁੰਦਾ ਹੈ, ਜਦੋਂ ਅੱਤਵਾਦੀਆਂ ਨੂੰ ਦੂਸਰੀਆਂ ਪਾਰਟੀਆਂ 'ਚੋਂ ਲਿਆ ਕੇ ਰਿਟਾਇਰਡ ਅਫਸਰ ਜਿਹੜੇ ਕਰੋੜਾਪਤੀ ਨੇ ਜਿਨ੍ਹਾਂ ਨੇ ਮਾਲ ਕਮਾਇਆ ਹੁੰਦਾ ਹੈ ਜਾਂ ਬਿਜ਼ਨਸਮੈਨ ਨੇ, ਇਹ ਉਦੋਂ ਇਹ ਲੀਡਰ ਵਿਰੋਧ ਕਿਉਂ ਨਹੀਂ ਕਰਦੇ? ਵੀ ਹੁਣ ਜਿਹੜੇ ਬੋਲਦੇ ਨੇ ਕਦੇ ਗੁਣ ਗਾਉਂਦੇ ਨੇ ਮੁੱਖ ਮੰਤਰੀ ਦੇ, ਕਦੇ ਵਿਰੋਧ ਕਰਨ ਲੱਗ ਜਾਂਦੇ ਨੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਆ ਇਹਨਾਂ ਦੀ ਰਾਜਨੀਤੀ ਹੈ। ਤਾਂ ਕੀ ਲੱਗਦਾ ਦੁੱਲੋ ਸਾਹਿਬ, ਹਰ ਕੋਈ ਫਿਰ ਆਪਣੀ ਓਪਰਚੁਨਿਟੀ ਇਸ ਦੇ ਵਿੱਚੋਂ ਲੱਭ ਰਿਹਾ? ਇਹਨਾਂ ਮੁੱਦਿਆਂ ਦੇ ਉੱਤੇ ਹਰ ਕੋਈ ਆਪਣੇ ਆਪ ਦਾ ਭਵਿੱਖ ਜਿਹੜਾ ਹੈਗਾ ਉਹ ਸਿਰਜਣਾ ਚਾਹੁੰਦਾ। ਫਿਰ ਉਹ ਚੰਨੀ ਹੋਣ, ਫਿਰ ਉਹ ਰੰਧਾਵਾ ਹੋਣ, ਬਿੱਟੂ ਹੋਣ, ਪ੍ਰਤਾਪ ਬਾਜਵਾ ਹੋਣ, ਹਰ ਕੋਈ ਤੁਹਾਨੂੰ ਲੱਗਦਾ ਕਿ ਆਪਣਾ ਆਪਣਾ ਭਵਿੱਖ ਸਿਰਜਣਾ ਚਾਹੁੰਦਾ, ਜਾਂ ਕਿਸੇ ਨੂੰ ਪਾਰਟੀ ਦੀ ਵੀ ਫਿਕਰ ਹੈਗੀ ਹੈ, ਕਿਸੇ ਨੂੰ ਕਾਂਗਰਸ ਦੀ ਹੋਂਦ ਬਚਾਉਣ ਦੀ ਵੀ ਫਿਕਰ ਹੈਗੀ ਹੈ? ਸਾਰਿਆਂ ਨੂੰ ਮੈਂ ਸਮਝਦਾ ਨਾ ਕਾਂਗਰਸ ਬਚਾਉਣ ਦਾ, ਪਰ ਆਪਣੇ ਆਪਣਾ ਇੰਟਰਸਟ ਹੈ। ਜੇ ਕਾਂਗਰਸ ਨੂੰ ਬਚਾਉਣਾ ਹੁੰਦਾ, ਜੋ 4 ਸਾਲ 'ਚ ਹੁੰਦਾ ਆ, ਇਹ ਉਦੋਂ ਤੇ ਆਵਾਜ਼ ਉਠਾਉਂਦੇ। ਆਹ ਦਿਨ ਨਾ ਦੇਖਣੇ ਪੈਂਦੇ, ਮੁੱਖ ਮੰਤਰੀ ਸਾਹਿਬ ਚਕੰਨਾ ਹੋ ਜਾਂਦੇ। ਚਾਪਲੂਸੀ ਆਪਣੇ ਸੈਲਫ ਇੰਟਰਸਟ ਲਈ, ਆਪਣੇ ਕੰਮ ਲੈਣ ਲਈ ਉਦੋਂ ਤਾਂ ਗੁਣ ਗਾਉਂਦੇ ਨੇ। ਹੁਣ ਦੇਖਿਆ ਵੀ ਕੋਈ ਖੀਰ ਵੰਡੀ ਜਾਣੀ ਹੈ, ਹੁਣ ਰੌਲਾ ਪਾਉਂਦੇ ਨੇ। ਕੀ ਲੱਗਦਾ ਹੁਣ ਇਹਨਾਂ ਦੇ ਕੰਮ ਹੋ ਗਏ? ਜਿਹੜੇ ਪੁਰਾਣੇ ਲੀਡਰ ਹੁੰਦੇ ਸੀ, ਉਹ ਜੇ ਪਾਰਟੀ ਜਿਸ ਪਾਰਟੀ 'ਚ ਮੈਂ ਆ ਅੰਦਰ ਖਾਤੇ ਬੋਲਦੇ ਹੁੰਦੇ ਤੇ, ਵਿਰੋਧ ਕਰਦੇ ਤੇ, ਹੁਣ ਤਾਂ ਸਾਈਕੋਫੈਂਟ ਨੇ। ਕਿਉਂਕਿ ਇਹ ਜਿਹੜੇ ਲੀਡਰਾਂ ਦੇ ਮੁੰਡੇ ਬਣੇ ਨੇ ਨਾ, ਇਹਨਾਂ ਨੂੰ ਤਾਂ ਬਣੀ ਬਣਾਈ ਖੀਰ ਮਿਲ ਗਈ। ਇਹਨਾਂ ਨੇ ਕੀ ਮਿਹਨਤ ਕੀਤੀ ਆ ਬਈ? ਥੱਲੇ ਗਿਆ ਪਤਾ ਇਹਨਾਂ ਨੂੰ। ਇਹਨਾਂ ਨੂੰ ਚਾਹੀਦਾ ਸੀ ਜਦੋਂ ਕਾਂਗਰਸ ਦੇ ਵਿੱਚ ਦਲ ਬਦਲੂਆਂ ਨੂੰ ਟਿਕਟਾਂ ਦੇਣੀਆਂ, ਮਿਲੀਟੈਂਟਾਂ ਨੂੰ ਟਿਕਟਾਂ ਦੇਣੀਆਂ, ਉਦੋਂ ਤਾਂ ਆਪਣੀ ਟਿਕਟ ਲੈ ਕੇ ਚੁੱਪ ਕਰਕੇ ਕਿਉਂ ਨਹੀਂ ਬੋਲੇ? ਮੈਂ ਲੜਿਆ, ਮੈਂ ਕਹਿੰਦਾ ਰਿਹਾ, ਬੋਲਦਾ ਵੀ ਰਿਹਾ, ਕਿਉਂਕਿ ਮੈਨੂੰ ਗਰਜ ਨਹੀਂ ਹੈ ਕੋਈ। ਮੈਂ ਤਾਂ ਆਪਣੇ ਟਾਈਪ ਦਾ ਬੰਦਾ, ਮੈਂ ਮਿਸ਼ਨਰੀ ਬੰਦਾ, ਮੈਂ ਬੁਰਾਈ ਦੇ ਖਿਲਾਫ ਬੋਲਦਾ ਰਹੂੰਗਾ। ਮੈਂ ਵੀ ਕੰਪਰੋਮਾਈਜ਼ ਕਰ ਸਕਦਾ ਸੀ, ਮੈਨੂੰ ਵੀ ਬਹੁਤ ਅਹੁਦੇ ਮਿਲਦੇ ਨੇ, ਪਰ ਮੈਂ ਆਪਣੀ ਜ਼ਮੀਰ ਨਹੀਂ ਵੇਚਣਾ ਚਾਹੁੰਦਾ। ਇਹ ਆਪਣੀ ਪਹਿਲਾਂ ਜ਼ਮੀਰ ਦੇਖਣ। ਇਹ ਲੀਡਰਾਂ ਦੇ ਜਿਹੜੇ ਮੁੰਡੇ ਨੇ, ਇਹ ਆਪਣੇ ਬਜ਼ੁਰਗਾਂ ਵੱਲ ਧਿਆਨ ਦੇਣ ਵੀ ਉਹ ਬਜ਼ੁਰਗ ਕੀ ਕਰਦੇ ਸੀ, ਉਹਨਾਂ ਦੀ ਆਤਮਾ ਕੀ ਕਹਿੰਦੀ ਹੋਊਗੀ ਵੀ ਮੇਰੀ ਔਲਾਦ ਕੀ ਕਰ ਰਹੀ ਹੈ। ਜ਼ਮੀਰ ਵੇਚ ਚੁੱਕੇ ਆ ਆਪਣਾ। ਇਹ ਤਾਂ ਉਹ ਜਾਣਨ। ਮੈਂ ਇਹ ਕਹਿ ਰਿਹਾ, ਇਹ ਉਹਨਾਂ ਲੀਡਰਾਂ ਦੇ ਮੁੰਡੇ ਆ ਜਿਨ੍ਹਾਂ ਨੇ ਲੜਾਈ ਲੜੀ ਹੈ ਕਾਂਗਰਸ ਮਜ਼ਬੂਤ ਕਰਨ ਲਈ, ਅੱਤਵਾਦ ਦੇ ਖਿਲਾਫ ਲੜ ਲਈ। ਇਹ ਆਪਣੀ ਆਤਮਾ ਨੂੰ ਜਗਾਉਣ। ਚਲੋ ਸਾਹਿਬ, ਹੁਣ ਕੀ ਲੱਗਦਾ ਇਹ 4 ਸਾਲ ਬੀਤਣ ਤੋਂ ਬਾਅਦ ਆਖਿਰ ਦੇ ਵਿੱਚ ਕੀ ਇਹਨਾਂ ਦੇ ਕੰਮ ਹੋ ਗਏ ਪੂਰੇ ਜਿਹੜੇ ਇਹ ਕਰਵਾਉਣਾ ਚਾਹੁੰਦੇ ਸੀ, ਫਿਰ ਇਹਨਾਂ ਨੇ ਹੁਣ ਆਵਾਜ਼ ਬੁਲੰਦ ਕੀਤੀ ਹੈ, ਜਾਂ ਕਈਆਂ ਦੇ ਕੰਮ ਨਹੀਂ ਹੋਏ ਤਾਂ ਕਰਕੇ ਆਵਾਜ਼ ਇਹਨਾਂ ਦੇ ਵੱਲੋਂ ਚੁੱਕੀ ਜਾ ਰਹੀ? ਇਹ ਤਾਂ ਉਹੀ ਜਾਣਦੇ ਨੇ। ਮੈਂ ਤਾਂ ਦੇਖਿਆ ਗੁਣ ਵੀ ਗਾਉਂਦੇ ਰਹੇ ਨੇ ਮੁੱਖ ਮੰਤਰੀ ਦੇ। ਹੁਣ ਪਤਾ ਨਹੀਂ, ਮੈਂ ਮੁੱਖ ਮੰਤਰੀ ਦੇ ਕੋਈ ਪਰਸਨਲ ਖਿਲਾਫ ਨਹੀਂ ਹੈ। ਮੈਂ ਤਾਂ ਸਿਰਫ ਕਿਉਂਕਿ ਗਰੀਬਾਂ ਦਾ ਨੁਮਾਇੰਦਾ ਹੈ, ਗਰੀਬਾਂ 'ਚੋਂ ਆਏ ਹੋਏ ਹੈ, ਉਹਨਾਂ ਲਈ ਜੋ ਇਹਨਾਂ ਨੇ ਵਾਅਦੇ ਕੀਤੇ ਉਹਨਾਂ ਦੇ ਖਿਲਾਫ, ਜਾਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੀ ਕਰਨਾ ਚਾਹੀਦਾ, ਬੁਰਾਈ ਦੇ ਖਿਲਾਫ ਲੜ ਰਹੇ ਹੈ। ਲੜ ਕੀ ਰਿਹਾ? ਆਪਣਾ ਸੁਝਾਅ ਦੇ ਰਹੇ ਹੈ। ਇਹਨਾਂ ਨੂੰ ਚੰਗੇ ਨਹੀਂ ਲੱਗਦੇ। ਚਰਨਜੀਤ ਚੰਨੀ ਦੀ ਮੀਟਿੰਗ ਨੂੰ ਕਿਵੇਂ ਵੇਖਦੇ ਹੈਗੇ ਹੋ ਤੁਸੀਂ? ਕੀ ਲੱਗਦਾ ਕਿ ਉਹਨਾਂ ਨੂੰ ਦਰਦ ਹੈਗਾ, ਜਾਂ ਫਿਰ ਉਹ ਵੀ ਜਿਸ ਤਰੀਕੇ ਦੇ ਨਾਲ ਐਲਾਨ ਹੋ ਚੁੱਕਿਆ ਹੈਗਾ ਕਿ ਭਾਜਪਾ ਕਹਿੰਦੀ ਹੈ ਅਸੀਂ ਦਲਿਤ ਚਿਹਰਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਦਾ ਬਣਾਵਾਂਗੇ, ਅਕਾਲੀ ਦਲ ਕਹਿੰਦਾ ਹੈਗਾ ਡਿਪਟੀ ਸੀਐਮ ਜਿਹੜਾ ਹੈਗਾ ਉਹ ਦਲਿਤ ਵਰਗ ਤੋਂ ਹੋਊਗਾ, ਹੁਣ ਚਰਨਜੀਤ ਚੰਨੀ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਟੇਕ ਅਪ ਕਰਨ ਦੀ ਕੋਸ਼ਿਸ਼ ਕਰ ਰਹੇ? ਦਰਦ ਕਾਹਦਾ ਹੈ? ਦਰਦ ਕਾਹਦਾ ਹੈ? ਕਾਂਗਰਸ ਦਾ ਦਰਦ। ਹਰ ਨੂੰ ਆਪਣਾ ਆਪਣਾ ਦਰਦ ਪਿਆ ਹੋਇਆ ਹੈ, ਆਪਣਾ ਹੀ ਦਰਦ ਹੈ। ਜਿੰਨੇ ਇਕੱਠੇ ਹੁੰਦੇ ਆ ਨਾ, ਉਹ ਅੱਗੇ ਲੀਡਰ ਹੁੰਦੇ ਤੇ ਉਹ ਸੀਨੀਅਰ ਲੀਡਰਾਂ ਦੇ ਮਗਰ ਖੜ੍ਹਦੇ ਤੇ। ਹੁਣ ਕਾਂਗਰਸ ਤਾਂ ਥੀ ਨਹੀਂ, ਉਹਨੇ ਤਾਂ ਕੋਈ ਗੱਲ ਹੀ ਨਹੀਂ ਰਹੀ। ਜਿਹੜਾ ਕੱਲ੍ਹ ਆਇਆ ਕਾਂਗਰਸ 'ਚੋਂ ਉਹ ਵਜ਼ੀਰ ਬਣ ਜਾਂਦਾ। ਮੈਨੇਜਮੈਂਟ ਹੈ, ਮੈਨੇਜ ਕਰ ਲਓ। ਜਿਹੜੇ ਸੀਨੀਅਰ ਬੰਦੇ ਅੱਜ ਤਾਈਂ ਨਹੀਂ ਵਜ਼ੀਰ ਬਣਾਏ, ਕੀ ਰੀਜ਼ਨ ਹੈ? ਉਹ ਪਾਂਡੇ ਦਾ ਮੁੰਡਾ 7 ਵਾਰੀ ਬਣ ਲਿਆ, MLA ਦਾ MLA ਹੀ ਹੈ। ਹੋਰ ਬਥੇਰੇ ਨੇ
ਸੀਨੀਅਰ ਬੰਦੇ। ਫਾਲਟ ਕਿਹਦਾ ਹੈਗਾ ਦੁੱਲੋ ਸਾਹਿਬ ਇਸ ਦੇ ਵਿੱਚ? ਫਾਲਟ ਕਿਹਦਾ ਮੰਨਦੇ ਹੋ? ਹਾਈ ਕਮਾਂਡ ਦਾ ਮੰਨਦੇ ਹੋ? ਕੈਪਟਨ ਅਮਰਿੰਦਰ ਸਿੰਘ ਦਾ ਮੰਨਦੇ ਹੈਗੇ ਹੋ? ਆ ਜਿਹੜਾ ਕੁਝ ਹੋ ਰਿਹਾ ਹੈਗਾ ਨਾ, ਕਾਂਗਰਸ ਦਾ ਕਲਚਰ ਜਿਹੜਾ ਹੈ ਉਹ ਬਦਲ ਗਿਆ। ਅੱਗੇ ਜਿਹੜੀ ਕਾਂਗਰਸ 'ਚ ਮੈਂ ਆਇਆ ਸੀ ਉੱਥੇ ਵਰਕ ਦੇਖਿਆ ਜਾਂਦਾ ਸੀ, ਸੀਨੀਅਰਟੀ ਦੇ, ਲਾਇਲਟੀ ਔਰ ਸਿੰਪਲਿਸਿਟੀ। ਅੱਗੇ ਇਹ ਨਹੀਂ ਸੀ ਦੇਖਿਆ ਇਹ ਕਰੋੜਪਤੀ ਆ, ਹੁਣ ਤਾਂ ਦੇਖਦੇ ਨੇ ਕਰੋੜ ਕਿੰਨੇ ਆ। ਅੱਗੇ ਸਾਲ ਦੇਖੇ ਜਾਂਦੇ ਤੇ ਵੀ ਪਾਰਟੀ 'ਚ ਸਾਲ ਕਿੰਨੇ ਲੱਗੇ ਨੇ, ਇਹਦਾ ਲੋਕਾਂ 'ਚ ਆਧਾਰ ਗਿਆ। ਹੁਣ ਤਾਂ ਦੇਖਦੇ ਆ ਵੀ ਜੇਬ 'ਚ ਮਾਲ ਕਿੰਨਾ ਕੁ ਹੈ। ਕੁਛ ਇੱਥੇ ਵਾਲੇ ਲੈ ਲੈਂਦੇ ਨੇ, ਕੋਈ ਜਿਹੜੇ ਅਬਜ਼ਰਵਰ ਬਣ ਕੇ ਆਉਂਦੇ ਨੇ ਮੈਨੇਜ ਕਰ ਲੈਂਦੇ ਨੇ। ਹੁਣ ਮਿਨਿਸਟਰ ਤਾਂ ਉਹ ਬਣੇ ਹੋਏ ਨੇ ਕਾਈ, ਮਾਫ ਕਰਨਾ, ਜਿਹੜੇ ਕਾਂਗਰਸ 'ਚ ਕੋਈ ਕਿਸੇ ਪਾਰਟੀ 'ਚੋਂ ਆਇਆ, ਕੋਈ ਕਿਸੇ 'ਚੋਂ ਆਇਆ, ਉੱਥੇ ਕਾਂਗਰਸੀ ਵੱਢਤੇ। ਥੋੜ੍ਹਾ ਤਾਂ ਮਾੜੇ ਮੋਟੇ 4-5 ਫੈਮਿਲੀ ਹੀ ਰਹਿ ਗਈਆਂ, ਬਾਕੀ ਤਾਂ ਸਭ ਸਾਈਡ ਲਾਈਨ 'ਤੇ ਘਰਾਂ 'ਚ ਬਾਹਤੇ ਜਾਂ ਮਰ ਮੁਰ ਗਏ। ਇਹੀ ਹਾਲਾਤ ਚੱਲਦੇ ਰਹੇ, ਲੱਗਦਾ ਕਿ ਇਹ ਵੀ 4-5 ਫੈਮਲੀਜ਼ ਬਚਣਗੀਆਂ ਜਾਂ ਫਿਰ ਇਹ ਵੀ ਖਤਮ ਹੋ ਜਾਣਗੇ? ਦੇਖੋ ਜਿੰਨਾ ਤਾਂ ਕੋਈ ਉਹਦੇ 'ਚ ਵੀ ਚਾਪਲੂਸੀ, ਜਿਹੜਾ ਚਾਪਲੂਸੀ ਵੱਧ ਕਰਦਾ ਉਹਨੂੰ ਉਹ ਠੀਕ ਰਹਿ ਜਾਂਦਾ। ਪਰ ਕਾਂਗਰਸ ਦੇ ਹਾਲਾਤ ਬੜੇ ਕਰੂਸ਼ਲ ਨੇ ਪੰਜਾਬ 'ਚ, ਇਸ ਲਈ ਕੀ ਲੱਗਦਾ ਫਿਰ ਕਿਵੇਂ ਠੀਕ ਕਿਵੇਂ ਹੋ ਸਕਦਾ ਹੈ? ਇਹ ਕਿਸੇ ਨੂੰ ਦਰਦ ਦੁਰਦ ਨਹੀਂ ਹੈ। ਪਾਰਟੀ 'ਚ ਦਲ ਬਦਲੂ ਤਾਂ ਯਾਰ ਕਾਂਗਰਸ 'ਚ ਘੁਸੇ ਫਿਰਦੇ ਨੇ, ਉਹ ਤਾਂ ਅਪਰਚੁਨਿਜ਼ਮ ਹੈ, ਜਿੱਥੋਂ ਕੁਛ ਮਿਲੂਗਾ ਉੱਧਰ ਨੂੰ ਹੋ ਜਾਣਗੇ। ਜੇ ਤੁਹਾਡੀ ਰਾਏ ਉਹ ਲੈਣ, ਹਾਈ ਕਮਾਂਡ ਤੁਹਾਨੂੰ ਪੁੱਛੇ, ਤੁਹਾਡੀ ਕੀ ਰਾਏ ਹੋਊਗੀ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ? ਮੈਂ ਤਾਂ ਰਿਪੀਟਡਲੀ ਹਾਈ ਕਮਾਂਡ ਨੂੰ ਕਹਿੰਦਾ ਰਹਿਣਾ। ਮੈਂ ਸੋਨੀਆ ਗਾਂਧੀ ਨੂੰ ਮੀਟਿੰਗ 'ਚ ਵੀ ਕਿਹਾ ਇਹ ਗੱਲਾਂ ਜਿਹੜੀਆਂ ਅੱਜ ਕਹਿ ਰਹੇ ਹੈ ਵੀ ਕਾਂਗਰਸ ਨੂੰ ਬਚਾ ਲਓ, ਸਰਵਾਈਵਲ ਹੈ, ਮਾਫੀਆ ਰਾਜ ਚੱਲ ਰਿਹਾ ਪੰਜਾਬ 'ਚ, ਵਰਕਰ ਦੀ ਕੋਈ ਬਲ ਨਹੀਂ, ਵਰਕਰ ਸਾਈਡ ਲਾਈਨ 'ਤੇ ਜਿਹੜੇ ਮਿਲੀਟੈਂਸੀ 'ਚ ਸੀਗੇ ਉਹ ਅੱਜ ਰਾਜ ਕਰ ਰਹੇ ਨੇ। 2022 'ਚ ਲੱਗਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਾ ਪਾਉਣਗੇ? ਉਹ ਤਾਂ ਆਪ ਤਾਂ ਕਹਿੰਦੇ ਆ ਸਰਕਾਰ ਬਣਾਉਣ ਲਈ ਇਹ ਲੇਖਾ ਜੋਖਾ ਵੀ ਕਰਨਾ ਪਊਗਾ ਵੀ ਹਾਂ ਅਸੀਂ ਰਿਪੀਟ ਕਰ ਦਾਂਗੇ ਕਿ ਨਹੀਂ। ਬਾਦਲਾਂ ਨੂੰ ਲੋਕਾਂ ਨੇ ਭਜਾਇਆ ਨਹੀਂ ਭਜਾਇਆ, ਉਹਨਾਂ ਨੂੰ ਕੰਡੈਮ ਕੀਤਾ, ਉਸੇ ਤਰ੍ਹਾਂ ਆਪਰੇਟ ਕਰ ਰਿਹਾ ਹੈ। ਮਾਫੀਆ ਉਹੀ ਕਰ ਰਿਹਾ ਹੈ, ਚਾਹੇ ਡਰੱਗ ਮਾਫੀਆ, ਚਾਹੇ ਮਾਈਨ ਮਾਫੀਆ, ਚਾਹੇ ਲੀਕਰ ਮਾਫੀਆ, ਓਕਣੇ ਮਾਫੀਆ ਕੰਮ ਕਰਦੇ ਨੇ। ਆ ਬੇਅਦਬੀ ਦਾ ਮਸਲਾ ਇਹ ਸਾਰਾ ਤੁਹਾਡੇ ਸਾਹਮਣੇ ਹੀ ਹੈ। ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਫਰੈਂਡਲੀ ਮੈਚ ਖੇਲ ਰਹੇ ਨੇ ਅਕਾਲੀਆਂ ਦੇ ਨਾਲ, ਬਾਦਲਾਂ ਦੇ ਨਾਲ ਫਰੈਂਡਲੀ ਮੈਚ ਹੋ ਰਿਹਾ? ਨਵਜੋਤ ਸਿੰਘ ਸਿੱਧੂ ਬਾਰ-ਬਾਰ ਜ਼ਿਕਰ ਕਰਦੇ ਨੇ 75-25 ਵਾਲਾ, ਕਹਿੰਦੇ ਨੇ ਕਿ ਇਹ ਫਰੈਂਡਲੀ ਮੈਚ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਖੇਡਿਆ ਜਾ ਰਿਹਾ। ਤੁਹਾਨੂੰ ਲੱਗਦਾ, ਤੁਸੀਂ ਇਹ ਮਹਿਸੂਸ ਕਰਦੇ ਹੋ? ਦੇਖੋ ਮੈਂ ਇਹ ਤਾਂ ਸਿੱਧੂ ਸਾਹਿਬ ਔਰ ਜਾਣਨ ਅਤੇ ਕੈਪਟਨ ਸਾਹਿਬ ਜਾਣਨ, ਇਹ ਤਾਂ ਉਹਨਾਂ ਦਾ ਆਪਣਾ ਮਸਲਾ ਹੈ। ਮੈਂ ਕੋਈ ਅਹੁਦਾ ਨਹੀਂ ਲੈਣਾ, ਮੈਂ ਕਿਸੇ ਅਹੁਦੇ ਮਗਰ ਨਹੀਂ ਤੁਰਿਆ ਫਿਰਦਾ। ਮੈਂ ਤਾਂ ਗਰੀਬ ਲੋਕਾਂ ਦੀ ਆਵਾਜ਼ ਹੈ, ਜਿਹੜਾ ਗਰੀਬ ਲੋਕਾਂ ਨਾਲ ਧੋਖਾ ਹੋ ਰਿਹਾ ਹੈ। ਮੈਨੀਫੈਸਟੋ 'ਚ ਜਿਹੜੇ ਵਾਅਦੇ ਕੀਤੇ ਹੈ, ਜੋ ਪੰਜਾਬ 'ਚ ਕਤਲ ਗਾਰਤ ਹੋਇਆ ਹੈ, 134 ਬੰਦੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਨੇ, 15 ਲੱਖ ਬੰਦੇ ਸ਼ਡਿਊਲ ਕਾਸਟ ਨੌਜਵਾਨਾਂ ਦਾ ਜੀਵਨ ਤਬਾਹ ਕੀਤਾ ਹੈ, ਭੁੱਖਮਰੀ ਹੈ, ਬੇਰੁਜ਼ਗਾਰੀ ਹੈ ਗਰੀਬਾਂ 'ਚ, ਚਾਹੇ ਉਹ ਬੇਜ਼ਮੀਨ, ਚਾਹੇ ਉਹ ਜੱਟ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਸ਼ਡਿਊਲ ਕਾਸਟ ਹੈ, ਚਾਹੇ ਮੁਸਲਮਾਨ ਹੈ। ਮੈਂ ਕੋਈ ਉਹਦੇ ਪਿੱਛੇ ਨਹੀਂ ਬੋਲ ਰਿਹਾ, ਕਈ ਉਹਦੇ ਪਿੱਛੇ ਬੋਲਦੇ ਹੋਣਗੇ। ਮੇਰਾ ਤਾਂ ਮਿਸ਼ਨ ਹੈ, ਮੈਂ ਤਾਂ ਮਿਸ਼ਨਰੀ ਬੰਦਾ ਹੈ, ਮੈਂ ਤਾਂ ਪ੍ਰਿੰਸੀਪਲ ਨਾਲ ਚੱਲਣ ਵਾਲਾ ਹੈ। ਮੈਂ ਉਹਦਿਆਂ ਵੱਲ ਨਹੀਂ ਲੜ ਝਾਕਦਾ। ਇਸ ਲਈ ਮੇਰਾ ਤਾਂ ਮਿਸ਼ਨ ਹੈ, ਮੈਂ ਅੰਬੇਦਕਰ ਹੀ ਹਾਂ। ਜੇ ਮੈਂ ਅੰਬੇਦਕਰ ਦੀ ਦਿੱਤੀ ਹੋਈ ਰਿਜ਼ਰਵੇਸ਼ਨ 'ਚ ਆਇਆ ਤਾਂ ਮੇਰਾ ਫਰਜ਼ ਬਣਦਾ ਹੈ ਇਹਨਾਂ ਨੂੰ ਵੀ ਜਿਹੜੇ MLA ਨੇ ਰਿਜ਼ਰਵੇਸ਼ਨ 'ਚ ਆਏ, ਇਹ ਧੋਖਾ ਕਰ ਰਹੇ ਨੇ ਅੰਬੇਦਕਰ ਦੇ ਸਿਧਾਂਤਾਂ ਨਾਲ, ਉਹਦੀ ਆਤਮਾ ਨਾਲ, ਔਰ ਪੰਜਾਬ ਦੇ ਗਰੀਬ ਲੋਕਾਂ ਨਾਲ ਧੋਖਾ ਕਰ ਰਹੇ ਨੇ। ਹਾਈ ਕਮਾਂਡ ਤੁਹਾਡਾ ਇਹ ਮਿਸ਼ਨ ਸਮਝ ਪਾਊਗੀ? ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਤੁਸੀਂ ਮਿਸ਼ਨ ਦੇ ਉੱਤੇ ਹੋ, ਤੁਸੀਂ ਇਹ ਗੱਲ ਕਹਿ ਰਹੇ ਹੋ, ਦਲਿਤਾਂ ਦੀ ਆਵਾਜ਼ ਚੱਕ ਰਹੇ ਹੈਗੇ ਹੋ, ਹਾਈ ਕਮਾਂਡ ਇਸ ਚੀਜ਼ ਨੂੰ ਸਮਝ ਪਾਊਗੀ? ਉਹ ਕੋ ਹਾਈ ਕਮਾਂਡ ਨੂੰ ਅਸੀਂ ਕਿਆ ਮਜਬੂਰੀ ਹੈ, ਸਾਨੂੰ ਤਾਂ ਸਮਝ ਨਹੀਂ ਆਉਂਦੀ। ਅਸੀਂ ਤਾਂ ਰਿਪੀਟਡਲੀ ਵਰਚੁਅਲ ਮੀਟਿੰਗ 'ਚ, ਪਾਰਲੀਮੈਂਟ 'ਚ ਮੈਂ ਕਿਹਾ, ਸੋਨੀਆ ਗਾਂਧੀ ਜੀ ਨੂੰ ਕਿਹਾ, ਲਿਖਦੇ ਰਹਿੰਦੇ ਹੈ ਜੀ। ਅਸੀਂ ਤਾਂ ਬਾਕੀ ਉਹਨਾਂ ਨੇ ਦੇਖਣਾ, ਕਿਆ ਪਤਾ ਨਹੀਂ ਕਿਆ ਮਜਬੂਰੀ ਹੈ, ਕਿਉਂ ਨਹੀਂ। ਔਰ ਦੇਸ਼ ਦੀ ਹੁਣ ਤਾਂ ਸਰਵਾਈਵਲ ਦਾ ਸਵਾਲ ਹੈ, ਕਾਂਗਰਸ ਨੂੰ ਕਿਵੇਂ ਬਚਾਉਣਾ ਹੈ, ਦੇਸ਼ 'ਚ ਵੀ ਬਚਾਉਣਾ ਹੈ ਔਰ ਪੰਜਾਬ 'ਚ। ਕੋਈ 5 ਸੂਬਿਆਂ ਦੇ ਰਿਜ਼ਲਟ ਦੱਸ ਰਹੇ ਨੇ ਔਰ ਇੱਥੇ ਮੂਹਰੇ ਦਿਖ ਰਿਹਾ ਕਿ ਕੀ ਹੋਣ ਵਾਲਾ ਹੈ। ਹੁਣ ਜੇ ਅਸੀਂ ਸੁਧਰ ਵੀ ਜਾਈਏ ਤਾਂ ਵੀ ਸਾਨੂੰ ਔਖਾ ਹੋ ਜਾਣਾ ਵੀ ਅਸੀਂ ਕਿਵੇਂ ਆਪਣੇ ਗੋਲ ਕਿਵੇਂ ਕਰਾਂਗੇ, ਬਹੁਤ ਮੁਸ਼ਕਿਲ ਹੈ। ਜਿੰਨੀ ਦਲਿਤ ਆਬਾਦੀ ਹੈਗੀ ਹੈ ਪੰਜਾਬ ਦੇ ਵਿੱਚ,
ਲੱਗਦਾ ਕਿ ਉਹ ਦਲਿਤ ਆਬਾਦੀ ਆਪਣੇ ਵਾਸਤੇ ਹੀ ਕਦੀ ਕੰਮ ਕਰ ਪਾਈ ਹੈਗੀ ਹੈ, ਵੋਟਾਂ ਉਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਨਹੀਂ ਪਾਈਆਂ ਗਈਆਂ ਹੈਗੀਆਂ। ਔਰ ਜੇਕਰ ਦਲਿਤ CM ਦੀ ਗੱਲ ਆਉਂਦੀ ਹੈਗੀ ਹੈ, ਭਾਜਪਾ ਕਹਿੰਦੀ ਹੈ, ਅਕਾਲੀ ਕਹਿੰਦੀ ਹੈਗੀ ਕਿ ਕਾਂਗਰਸ ਨੂੰ ਵੀ ਇਸ ਦੇ ਉੱਤੇ ਸੋਚਣਾ ਚਾਹੀਦਾ। ਦੇਖੋ ਇਹਨਾਂ ਗਰੀਬਾਂ ਦਾ ਭਲਾ ਤਦੇ ਹੋ ਸਕਦਾ ਜੇ ਕੋਈ ਦਲਿਤ CM ਅਨਾਉਂਸ ਕਰਨ, ਕਿਉਂਕਿ ਆਬਾਦੀ 71% ਹੈ ਪੰਜਾਬ 'ਚ SC BC ਦੀ, 71%। ਉਹਦੇ ਬਾਅਦ ਮੁਸਲਿਮ ਲਾ ਲਓ, ਕ੍ਰਿਸਚਨ ਲਾ ਲਓ। ਅੱਛਾ, ਇੱਥੇ ਸਾਰੇ ਹਿੰਦੂ ਵੀ ਬਣ ਗਏ, ਬਾਹਮਣ ਵੀ ਬਣ ਗਏ, ਖੱਤਰੀ ਵੀ ਬਣ ਗਏ, ਵੈਕਬੜੀ ਵੀ ਬਣ ਲਏ, ਜੱਟ ਵੀ ਬਣ ਗਏ। 75 ਸਾਲਾਂ 'ਚ ਕਿਸੇ ਦਲਿਤ ਨੂੰ ਮੌਕਾ ਨਹੀਂ ਦਿੱਤਾ। ਔਰ ਦਲਿਤ ਵੀ ਉਹ ਬਣਨਾ ਚਾਹੀਦਾ ਜਿਹੜਾ ਕਾਂਗਰਸ 'ਚ ਜਿਹਨੇ ਕੋਈ ਸੇਵਾ ਕੀਤੀ ਹੋਵੇ, ਕੋਈ ਪੈਰਾਟਰੂਪਰ ਨਾਲ ਆਏ ਹੋਣ। ਪੈਰਾਟਰੂਪਰ ਨਾਲ ਵੀ, ਕਿਉਂਕਿ ਜਿਹੜੇ ਮਲਟੀ ਮਿਨੀਰੇਟਡ ਸ਼ਡਿਊਲ ਕਾਸਟ ਨੇ ਉਹ ਵੀ ਆ ਗਏ। ਕਿ ਸ਼ਮਸ਼ੇਰ ਦੁੱਲੋਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਨੇ CM 2022 ਦਾ ਸ਼ਡਿਊਲ ਕਾਸਟ ਕਹਿ ਰਹੇ ਹੋ ਤੁਸੀਂ, ਉਹ ਹੋਣਾ ਚਾਹੀਦਾ ਹੈਗਾ, ਦਲਿਤ ਚਿਹਰਾ ਹੋਣਾ ਚਾਹੀਦਾ। ਤਾਂ ਕੀ ਸ਼ਮਸ਼ੇਰ ਦੁੱਲੋਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਹੇ ਨੇ CM? ਮੈਂ ਤਾਂ ਇਹ ਕਹਿ ਰਿਹਾ ਕਿ ਜਿੰਨਾ ਤੱਕ ਚੀਫ ਮਿਨਿਸਟਰ ਦਲਿਤ ਨਹੀਂ ਬਣਦਾ ਇਹਨਾਂ ਦਾ ਭਲਾ ਨਹੀਂ ਹੋ ਸਕਦਾ। ਤੁਸੀਂ ਜੋ ਸ਼ਰਤਾਂ ਤੁਸੀਂ ਰੱਖ ਰਹੇ ਹੋ ਕਿ ਤੁਸੀਂ ਕਹਿੰਦੇ ਪੁਰਾਣਾ ਵੀ ਹੋਣਾ ਚਾਹੀਦਾ ਹੈ। ਨਹੀਂ ਕਹਿੰਦਾ, ਮੈਂ ਸਨ 12 ਤੋਂ ਲੈ ਕੇ ਕਹਿੰਦਾ ਆ ਰਿਹਾ, ਔਰ ਮੈਂ ਟਾਰਗੇਟ ਬਣਦਾ ਹੈ। ਜਿਹੜਾ ਦਲਿਤਾਂ ਦੀ ਗੱਲ ਕਰੂਗਾ ਉਹਨੂੰ ਟਾਰਗੇਟ ਬਣਾਉਣਗੇ। ਤਾਂ ਚੰਨੀ ਵੀ ਹੁਣ ਟਾਰਗੇਟ ਬਣਨਗੇ? ਇਹ ਤਾਂ ਚੰਨੀ ਦੱਸੇ। ਜਿਹੜੇ ਹੋਰ ਪਹਿਲਾਂ ਤਾਂ ਇਹ ਤਾਂ ਚੰਨੀ ਨੂੰ ਪਤਾ ਹੈ। ਚੰਨੀ 'ਚ ਕਾਂਗਰਸ ਦੇ ਵਿੱਚ ਸੇਵਾਵਾਂ ਕੀ ਹੈ, ਕਿੰਨੀਆਂ ਕੁ ਹੈਗੀਆਂ, ਕਿਵੇਂ ਉਹਨੇ ਮੈਨੇਜ ਕੀਤਾ ਹੈ, ਇਹ ਤਾਂ ਉਹੀ ਜਾਣਦਾ ਕਿਵੇਂ ਮੈਨੇਜ ਕਰੂਗਾ। ਪਰ ਸਵਾਲ ਇਹ ਹੈ, ਜਿਹੜੇ ਲੋਕ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਸੀਰ ਹੀ ਕਹਿੰਦੇ ਨੇ ਕਿ ਅਸੀਂ ਤਾਂ ਜੀ ਸੀਰ ਹੀ ਹਾਂ, ਉਹ ਕਿਆ ਨੁਮਾਇੰਦਗੀ ਕਰਨ ਦੇ ਕਾਬਲ ਹੈ? ਉਹ ਨੁਮਾਇੰਦਗੀ ਕਰਨਗੇ ਦਲਿਤਾਂ ਦੀ ਜਿਹੜੇ ਆਪ ਗੁਲਾਮ ਹੈ? ਦੁੱਲੋ ਸਾਹਿਬ, ਫਿਰ ਤੁਹਾਨੂੰ ਕਿਹੜਾ ਚਿਹਰਾ ਨਜ਼ਰ ਆਉਂਦਾ ਹੈਗਾ ਜੇਕਰ ਤੁਸੀਂ ਫਿਰ ਤੁਹਾਨੂੰ ਕੀ ਲੱਗਦਾ ਕੌਣ ਫਿਰ CM ਹੋ ਸਕਦਾ ਹੈ? ਤੇ ਦੇਖੋ, ਮੈਂ ਕਹਿੰਦਾ ਤੁਸੀਂ ਕਹਿੰਦੇ ਹੋ ਚੀਫ ਮਿਨਿਸਟਰ, ਪਹਿਲਾਂ ਕਾਂਗਰਸ ਨੂੰ ਬਚਾਉਣ ਦੀ ਗੱਲ ਕਰੀਏ, ਸਰਵਾਈਵਲ ਦੀ ਗੱਲ ਹੈ। ਮੈਂ ਇਹ ਕਹਿ ਰਿਹਾ ਕਿ ਜੇ ਚੀਫ ਮਿਨਿਸਟਰ ਦਲਿਤ ਦਲ ਨੂੰ ਅਨਾਉਂਸ ਕਰਨਗੇ ਵੀ ਅਸੀਂ ਦਲਿਤ ਦੇਵਾਂਗੇ, ਚਾਹੇ ਕੋਈ ਦੇ ਦੇਣ, ਇਹ ਸਰਵਾਈਵ ਕਾਂਗਰਸ ਤਾਂ ਹੋਊਗੀ। ਮੁੱਖ ਮੰਤਰੀ ਦੀ ਗੱਲ ਤਾਂ ਅੱਗੇ ਚਲੀ ਗਈ। ਤਾਂ ਆਖਿਰ ਦੇ ਵਿੱਚ ਕੀ ਲੱਗਦਾ ਹੈਗਾ, ਇਹ ਜੋ ਕਲੇਸ਼ ਮਚਿਆ ਹੋਇਆ, ਲੱਗਦਾ ਕਿ ਇਹ ਸੁਧਰੂਗਾ ਜਾਂ ਫਿਰ ਹੁਣ ਕਾਂਗਰਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ 2022 ਦੇ ਵਾਸਤੇ ਕਰਨਾ ਪਊ? ਇਹ ਜਿਹੜਾ ਕਾਟੋ ਕਲੇਸ਼ ਪਿਆ ਨਾ, ਇਹ ਤਾਂ ਅਖਬਾਰਾਂ ਦੀਆਂ ਖੁਰਕੀਆਂ ਕਰਕੇ ਪੈ ਗਿਆ ਕਿ ਕਾਂਗਰਸ ਦਾ ਪ੍ਰਧਾਨ ਬਦਲ ਹੋਣਾ ਜੀ, ਮਿਨਿਸਟਰੀ 'ਚ ਰੀਸ਼ਫਲ ਹੋਣਾ। ਨਹੀਂ ਤਾਂ ਇਹ ਤਾਂ ਆਰਾਮ ਕਰੀ ਬੈਠੇ ਤੇ, ਇਹ ਅਖਬਾਰਾਂ 'ਚ ਆ ਗਿਆ। ਹੁਣ ਮਹਾਰਾਜ ਹਰ ਇੱਕ ਦੀ ਅਜੀਬ 'ਚ ਲਾਲਾ ਨੇ, ਮੂੰਹ 'ਚ ਲਾਲਾ ਆ ਰਹੀਆਂ ਨੇ ਵੀ ਸ਼ਾਇਦ ਸਾਡਾ ਵੀ ਦੌਰ ਲੱਗ ਜਾਵੇ। ਕੈਪਟਨ ਅਮਰਿੰਦਰ ਸਿੰਘ ਸੰਜੀਦਾ ਨਜ਼ਰ ਆ ਰਹੇ ਨੇ ਇਸ ਕਲੇਸ਼ ਨੂੰ ਲੈ ਕੇ, ਜਿਸ ਤਰੀਕੇ ਨਾਲ ਕਲੇਸ਼ ਮਚਿਆ ਹੋਇਆ, ਅਜੇ ਵੀ ਇੱਕ ਵੀ ਸਟੇਟਮੈਂਟ ਨਹੀਂ ਆਈ ਹੈਗੀ। ਕੈਪਟਨ ਅਮਰਿੰਦਰ ਸਿੰਘ ਦੀ ਤੁਹਾਨੂੰ ਲੱਗਦਾ ਸੰਜੀਦਗੀ ਹੈਗੀ ਹੈ ਇਸ ਪੂਰੇ ਮਸਲੇ ਦੇ ਵਿੱਚ ਔਰ ਪੰਜਾਬ ਦੀ 2022 ਵਾਸਤੇ? ਜੇ ਉਹ ਸੰਜੀਦਾ ਹੁੰਦੇ ਤਾਂ ਇਹ ਹਾਲਾਤ ਨਾ ਪੈਦਾ ਹੁੰਦੇ। ਜੇ ਮੁੱਖ ਮੰਤਰੀ ਸਾਹਿਬ ਸੰਜੀਦੇ ਰਹਿਣ, ਆਪਣੇ ਵਾਅਦੇ 'ਤੇ ਆਪਣੀ ਸਹੁੰ ਦੇ ਨਾਲ ਖੜ੍ਹੇ ਰਹਿੰਦੇ, ਜੇ ਉਹਦੇ 'ਚ ਹਮਦਰਦੀ ਹੁੰਦੀ ਤਾਂ ਇਹ ਪੰਜਾਬ 'ਚ ਹਾਲਾਤ ਪੈਦਾ ਨਹੀਂ ਹੋ ਸਕਦੇ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਤਾਂ ਸ਼ਮਸ਼ੇਰ ਸਿੰਘ ਦੁੱਲੋਂ, ਹਾਲਾਂਕਿ ਗੱਲਬਾਤ ਹੋਈ ਹੈ ਕਿ 2022 ਦੇ ਵਿੱਚ ਕਾਂਗਰਸ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਔਰ ਕਾਂਗਰਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਤਾਂ ਦੁੱਲੋਂ ਨਹੀਂ ਕਹਿ ਰਹੇ ਨੇ ਕਿ ਕਾਂਗਰਸ ਨੂੰ ਬਚਾਉਣ ਦਾ ਇੱਕੋ ਹੀ ਕਾਰਨ ਹੈ ਜੇਕਰ ਮੁੱਖ ਮੰਤਰੀ ਦਲਿਤ ਹੋਵੇ, ਔਰ ਉਸ ਤੋਂ ਵੀ ਪਹਿਲਾਂ ਕਾਂਗਰਸ ਦੇ ਵਿੱਚ ਜੋ ਸਭ ਕੁਝ ਚੱਲ ਰਿਹਾ ਕਾਂਗਰਸ ਨੂੰ ਹੀ ਬਚਾਉਣ ਦੀ ਲੋੜ ਹੈਗੀ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।